ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰਸੰਗ ਹੈ ਮੁਕਤਸਰ ਸਾਹਿਬ ਦਾ ਅਲੰਕਾਰ। ਆਓ ਸ਼ੁਰੂ ਕਰੀਏ। ਸਰੀਰ ਰੂਪੇ ਮੁਕਤਸਰ ਅਤ ਹੈ ਕਰਨ ਰੂਪ ਖਿਦਰਾਣੇ ਦੀ ਢਾਬ। ਆਸੁਰੇ ਸੰਪਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਤੁਰਕਾਂ ਦੀ ਫੌਜ। ਇਸ ਦਾ ਜਰਨੈਲ ਅਗਿਆਨ ਰੂਪ ਵਜੀਦਾ ਹੈ। ਮੰਦੇ ਸੰਕਲਪਾਂ ਵਿਕਲਪਾਂ ਰੂਪੀ ਘੋੜਿਆਂ ਤੇ ਚੜ੍ਹੇ ਹਨ। ਖਾਣ ਪੀਣ ਭੋਗਣ ਦਾ ਸਵਾਦ ਇਹ ਸੰਜੋਆਂ ਅਤੇ ਮਮਤਾ ਦੇ ਟੋਪ ਪਹਿਨੇ ਹੋਏ ਹਨ। ਕਬੂਦੇ ਰੂਪੀ ਕਮਾਣਾ ਤੇ ਤ੍ਰਿਸ਼ਨਾ ਦੇ ਤੀਰ ਇਹਨਾਂ ਕੋਲ ਹਨ। ਯਥਾ ਸਵਾਦ ਸਨਾਹਾ ਟੋਪ ਮਮਤਾ ਕੋ ਕੁਬੁੱਧ ਕਮਾਨ ਚੜਾਈ। ਤਿਸਨਾ ਤੀਰ ਰਹੇ ਕਟ ਭੀਤਰ ਇਉ ਗੱਡ ਲਿਓ ਨਾ ਜਾਈ। ਦੂਜੇ ਪਾਸੇ ਵਿਵੇਕ ਰੂਪੀ ਭਾਈ ਮਹਾਂ ਸਿੰਘ ਜੀ ਹੈ। ਸੁਮਤੀ ਵਾ ਆਤਮਾ ਵਿਸ਼ੈਣੀ ਬੁੱਧ ਮਾਤਾ ਭਾਗ ਕੌਰ ਨਾਲ 40 ਮੁਕਤੇ ਇਹ ਹਨ। 5 ਗਿਆਨ ਇੰਦਰੇ 5 ਕਰਮ ਇੰਦਰੇ 5 ਸ਼ਬਦ ਸਪਰਸਾਦ ਤੇ 5 ਕਾਮਾਦਿਕਾਂ ਦਾ ਦਮਨ ਕਰਨਾ ਭਾਵ ਵਸ ਕਰਨਾ ਇਹ ਕੁੱਲ 20 ਹਨ। 5 ਬਾਹਰਲੇ ਪ੍ਰਾਣ ਪ੍ਰਾਨ ਅਪਾਨ ਸਮਾਨ ਬਿਆਨ ਤੇ ਉਦਿਆਨ। 5 ਪ੍ਰਕਾਰ ਦੀ ਸਰੀਰ ਅੰਦਰਲੇ ਪਾਉਣ ਤ੍ਰਿਕਲ ਧਨਜੈ ਆਦਿਕਾਂ ਇਹਨਾਂ ਦਾ ਰੋਕਣਾ। 5 ਤੱਤਾਂ ਦਾ ਧਾਰਨਾ ਧਰਤੀ ਚੋਂ ਖਿਮਾ ਆਕਾਸ਼ ਵਿੱਚੋਂ ਨਿਰਖੋਭਤਾ ਪਾਉਣ ਚੋਂ ਨਿਰਲੇਪਤਾ ਜਾਲ ਵਿੱਚੋਂ ਨਿਰਮਲਤਾ ਅਗਨੀ ਵਿੱਚੋਂ ਪ੍ਰਕਾਸ਼ ਤੇ 5 ਸੱਤ ਸੰਤੋਖ ਆਦਿਕ ਗ੍ਰਹਿਣ ਕਰਨਾ ਇਹ ਵੀ ਹਨ। ਸਾਰੇ ਕੁੱਲ 40 ਹਨ। ਇਹਨਾਂ ਦੀਆਂ ਸਵਾਰੀਆਂ ਦੇ ਸ਼ਸਤਰ ਬਸਤਰ ਇਸ ਪ੍ਰਕਾਰ ਹਨ। ਸੈਨਾ ਸਾਧ ਸਮੂਹ ਸੂਰ ਅਜਿਤੰ ਸੰਨਾਹੰ ਤਨ ਨਿਮਰਤਾਹ। ਆਵਦ ਹੈ ਗੁਣ ਗੋਬਿੰਦ ਰਮਣੰ ਓਟ ਗੁਰ ਸ਼ਬਦ ਕਰ ਚਰਮਣ ਹੈ। ਆਰੂੜ ਤੇ ਅਸਵ ਰਥ ਨਾਗ ਹੈ ਬੁਝੰਤੇ ਪ੍ਰਭ ਮਾਰਗ ਹੈ। ਵਿਚਰਤੇ ਨਿਰਭਯੰ ਸਤਰੋ ਸੈਨਾ ਤਾਯੰਤੇ ਗੋਪਾਲ ਕੀਰਤਨ ਹੈ। ਜਿਤਤੇ ਵਿਸ਼ਵ ਸੰਸਾਰ ਹੈ ਨਾਨਕ ਵਸਿਅੰ ਕਰੋਲ ਪੰਚ ਤਸਕਰ ਹੈ। ਹੁਣ ਸੈਨਾ ਸਾਧ ਸਮੂਹ ਸੂਰ ਅਜਿਤੰ ਉਹਨਾਂ ਸਾਧਾਂ ਸੰਤਾਂ 40 ਮੁਕਤਿਆਂ ਦੇ ਪਾਸ ਜਿਹੜੇ ਸਾਧਨ ਕਰਨ ਵਾਲੇ ਵੈਰਾਗ ਵਿਵੇਕ ਖਟ ਸੰਪਤੀ ਮੋਖ ਇੱਛਾ ਇਹ ਸਾਧਨ ਹਨ। ਇਹ ਸਾਰੀ ਦੇਵੀ ਸੰਪਦਾ ਦੀ ਪੈਦਲ ਸੈਨਾ ਹੈ। ਇਹ ਜਿਹੜੇ ਵੈਰਾਗ ਵਿਵੇਕ ਖਟ ਸੰਪਤੀ ਮੋਖ ਇੱਛਾ ਆਦਿਕ ਸਾਧਨ ਹਨ ਇਹ ਸਾਧਾਂ ਦੀ ਸੈਨਾ ਹੈ। ਸਮੂਹ ਜਿਹੜੇ ਸਾਧੂ ਹਨ ਇਹ ਪੈਦਲ ਫੌਜ ਬਣੀ ਹੋਈ ਹੈ ਜੋ ਸੇਵਾ ਕਰਦੇ ਹਨ ਨਿਸ਼ਕਾਮ ਹੋ ਕੇ ਟਹਿਲ ਕਰਦੇ ਹਨ। ਸੂਰ ਅਜਿਤੰ ਅਤੇ ਸੂਰ ਭਾਵ ਅਜਿੱਤ ਸੂਰਮੇ ਹਨ। ਉਹਨਾਂ ਨੂੰ ਕੋਈ ਜਿੱਤ ਨਹੀਂ ਸਕਦਾ। ਕਾਮ ਕ੍ਰੋਧ ਜਿਹੜੇ ਸੂਰਮੇ ਅਜਿੱਤ ਹਨ ਉਹਨਾਂ ਨੂੰ ਜਿੱਤ ਲਿਆ ਹੈ। ਸੰਨਾਹੰ ਤਨ ਨਿਮਰਤਾਹ ਜਿਹੜੀ ਨਿਮਰਤਾ ਰੱਖਦੇ ਹਨ ਇਹ ਸੰਜੋਗ ਪੈਰੀ ਹੋਈ ਹੈ। ਸਰੀਰ ਤੇ ਅਤੇ ਸਰੀਰ ਕਰਕੇ ਕਿਸੇ ਨੂੰ ਦੁੱਖ ਨਹੀਂ ਦਿੰਦੇ। ਬਾਣੀ ਕਰਕੇ ਕਿਸੇ ਦਾ ਬੁਰਾ ਨਹੀਂ ਚਿਤਵਦੇ ਨਾ ਹੀ ਮਨ ਕਰਕੇ ਬੁਰਾ ਚਿਤਵਦੇ ਹਨ। ਸਰੀਰ ਨਿਰਮਾਈ ਚੋਂ ਰੱਖਦੇ ਹਨ ਚਿੱਤ ਕੋਮਲ ਰੱਖਦੇ ਹਨ ਕਿਸੇ ਦੇ ਸਿਰ ਨਹੀਂ ਹੁੰਦੇ।
ਆਪ ਨੀਵੇਂ ਬਣ ਕੇ ਦਿਨ ਕੱਟ ਲੈਂਦੇ ਹਨ। ਇਹ ਨਿਮਰਤਾ ਰੂਪੀ ਸੰਜੋਗ ਉਹਨਾਂ ਨੇ ਪਹਿਰੀ ਹੋਈ ਹੈ। ਆਵਦ ਹੈ ਗੁਣ ਗੋਬਿੰਦ ਰਮਣੰ, ਜੋ ਗੋਬਿੰਦ ਦੇ ਗੁਣਾਂ ਦਾ ਉਚਾਰਨ ਕਰਨਾ ਹੈ। ਇਹ ਸ਼ਸਤਰ ਪਕੜੇ ਹੋਏ ਹਨ। ਭਗਤੀ ਰੂਪੀ ਤੇਗਾ ਹੈ। ਬ੍ਰਹਮ ਗਿਆਨ ਰੂਪ ਉਹਨਾਂ ਦੇ ਪਾਸ ਖੰਡਾ ਹੈ। ਜਿਹੜੀ ਸੁਰਤ ਪਰਮੇਸ਼ਰ ਵਿੱਚ ਜੋੜਨੀ ਹੈ, ਬ੍ਰਹਮਾਕਾਰ ਬਿਰਤੀ ਕਰਕੇ ਇਹ ਤੋਪ ਹੈ। ਉਹਨਾਂ ਦੇ ਪਾਸ ਗਿਆਨ ਦਾ ਗੋਲਾ ਹੈ, ਧਰਮ ਦਾ ਧਨੁਖ ਹੈ, ਪ੍ਰੇਮ ਦੇ ਤੀਰ ਹਨ। ਇਸ ਪ੍ਰਕਾਰ ਸ਼ਸਤਰ ਧਾਰੀ ਸੂਰਮੇ ਹਨ। ਓਟ ਗੁਰ ਸ਼ਬਦ ਕਰ ਚਰਮਣ ਹੈ। ਜਿਹੜੀ ਗੁਰੂ ਸਾਹਿਬ ਦੇ ਸ਼ਬਦ ਦੀ ਓਟ ਗ੍ਰਹਿਣ ਕਰਨੀ ਹੈ, ਇਹ ਚਰਮ ਭਾਵ ਗੈਂਡੇ ਦੇ ਚੰਮ ਦੀ ਢਾਲ ਲੋਕਾਂ ਨੇ ਬਹੁਤ ਪੱਕੀ ਮੰਨੀ ਸੀ। ਇਹ ਢਾਲ ਹੈ, ਉਸ ਨੂੰ ਦੁਨੀਆ ਦੀਆਂ ਤਰਕਾਂ ਰੂਪੀ ਤਲਵਾਰਾਂ ਨਹੀਂ ਵਿੰਨ ਸਕਦੀਆਂ। ਗੁਰੂ ਸਾਹਿਬ ਦੇ ਸ਼ਬਦ ਦੀ ਜਿਹੜੀ ਓਟ ਹੈ, ਉਸ ਨੂੰ ਕਿਸੇ ਦੀ ਤਰਕ ਨਹੀਂ ਤੋੜ ਸਕਦੀ। ਬਾਕੀ ਦੇ ਲੋਕਾਂ ਨੂੰ ਦਲੀਲਾਂ ਦੇ ਕੇ ਦੁਨੀਆ ਦੇ ਲੋਕ ਹਰਾ ਦਿੰਦੇ ਹਨ। ਜਿਸ ਦੇ ਅੰਦਰ ਸ਼ਬਦ ਵੱਸਦਾ ਹੈ, ਉਸ ਦੇ ਅੰਦਰ ਤਰਕ ਕਿਸੇ ਦੀ ਕੀ ਕਰ ਸਕੇਗੀ? ਉਹ ਅਚਲ ਹੈ। ਆਰੂੜ ਤੇ ਅਸਵ ਰਥ ਨਾਗਹਿ ਹੈ। ਘੋੜਿਆਂ, ਰਥਾਂ ਅਤੇ ਨਾਗਹਿ ਭਾਵ ਹਾਥੀਆਂ ਤੇ ਵੀ ਚੜ੍ਹਦੇ ਹਨ। ਇਹ ਬਾਹਰਲੀ ਸੈਨਾ ਹੈ। ਇਸੇ ਪ੍ਰਕਾਰ ਆਰੂੜ ਤੇ ਜੋ ਸਰਵਣ ਕਰਦੇ ਹਨ, ਉਹ ਘੋੜਿਆਂ ਤੇ ਅਸਵਾਰ ਹਨ, ਅਤੇ ਜਿਹੜੇ ਮੰਨਣ ਕਰਦੇ ਹਨ, ਉਹ ਰਥਾਂ ਤੇ ਜੰਗੀ ਮੋਟਰਾਂ ਉੱਤੇ ਅਸਵਾਰ ਹਨ। ਜਿਹੜੇ ਨਿਦਿਆਸਣ ਕਰਦੇ ਹਨ, ਉਹ ਨਾਗਹਿ ਹੈ ਭਾਵ ਹਾਥੀਆਂ ਤੇ ਅਸਵਾਰ ਫੌਜ ਹੈ। ਬੁਝੰਤੇ ਪ੍ਰਭ ਮਾਰਗ ਹੈ। ਬੁਝੰਤੇ ਅਤੇ ਰਸਤੇ ਕਿਹੜੇ ਤੁਰਦੇ ਹਨ? ਫੌਜੀ ਜਿਵੇਂ ਮਾਰਚ ਕਰਦੇ ਜੰਗ ਵਾਸਤੇ ਜਾਂਦੇ ਹੋਣ। ਪ੍ਰਭੂ ਦੇ ਮਾਰਗ ਨੂੰ ਜਿਹੜਾ ਬੁੱਝਣਾ ਸਮਝਣਾ ਹੈ, ਜਿਗਿਆਸੂਆਂ ਦਾ ਇਹ ਰਸਤਾ ਹੈ। ਇਸ ਰਸਤੇ ਚੱਲਦੇ ਹਨ। ਵਿਚਰਤੇ ਨਿਰਭਯੰ ਸ਼ਤਰੂ ਸੈਨਾ। ਅਗਿਆਨ ਦੁਸ਼ਮਣ ਦੀ ਜੋ ਫੌਜ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਪ੍ਰਵਿਰਤੀ ਤੋਂ ਪੈਦਾ ਹੋਈ। ਗੁਰਮੁਖ ਉਹਨਾਂ ਤੋਂ ਨਿਰਭਉ ਹੋ ਕੇ ਵਿਚਰ ਰਹੇ ਹਨ। ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦਾ ਕਾਮ ਦਾ ਅਸਰ ਨਹੀਂ ਹੁੰਦਾ, ਮੋਹ ਦਾ ਅਸਰ ਨਹੀਂ ਹੁੰਦਾ। ਸਦਾ ਨਿਰਭਉ ਇੱਕ ਰਸ ਸਹਿਜ ਦੀ ਅਵਸਥਾ ਵਿੱਚ ਵਿਚਰਦੇ ਹਨ। ਤਾਂ ਅੰਤੇ ਗੋਪਾਲ ਕੀਰਤਨ ਹੈ। ਜਦੋਂ ਔਖੀ ਥਾਂ ਹੋਵੇ, ਉੱਥੇ ਸੂਰਮਿਆਂ ਨੂੰ ਇਕੱਠਿਆਂ ਧਾਵਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਜਿਹੜਾ ਗੁਰਬਾਣੀ ਦਾ ਹੱਲੇ ਦਾ ਕੀਰਤਨ ਕਰਨਾ, ਇਕੱਠਿਆਂ ਧਾਵਾ ਬੋਲਣਾ ਹੈ। ਸਾਰਿਆਂ ਨੇ ਰਲ ਕੇ ਉਚਾਰਨ ਕਰਨਾ। ਕੋਈ ਜ਼ੁਬਾਨ ਖਾਲੀ ਨਾ ਰਹੇ। ਜਿਸ ਪ੍ਰਕਾਰ ਜਿੱਥੇ ਬੰਦੂਕ ਦਾ ਖੜਾਕ ਹੋਵੇ, ਉੱਥੋਂ ਬ੍ਰਿਛ ਤੋਂ ਜਾਨਵਰ ਉੱਡ ਜਾਂਦੇ ਹਨ। ਜਿਸ ਮੂੰਹ ਤੋਂ ਸ਼ਬਦ ਦਾ ਉਚਾਰਨ ਹੋਵੇ, ਉਸ ਦੇ ਪਾਪ ਉੱਡ ਜਾਂਦੇ ਹਨ। ਜਾਨਵਰਾਂ ਦੀ ਨਿਆਈ। ਜਿਹੜਾ ਗੋਪਾਲ ਭਾਵ ਅਕਾਲ ਪੁਰਖ ਦਾ ਕੀਰਤਨ ਕਰਨਾ ਹੈ, ਇਹ ਧਾਵਾ ਬੋਲ ਕੇ ਇਕੱਠੇ ਹੱਲੇ ਦੇ ਨਾਲ ਸ਼ਬਦ ਉਚਾਰਨ ਕਰਨਾ ਹੈ। ਇਸ ਧਾਵੇ ਦੇ ਨਾਲ ਜਿੱਤ ਤੇ ਵਿਸ਼ਵ ਸੰਸਾਰ ਹੈ। ਇਹ ਵਿਸ਼ਵ ਸਾਰੇ ਸੰਸਾਰ ਨੂੰ ਮਹਾਤਮਾ ਜਨ ਗੁਰਸਿੱਖ ਜਿੱਤ ਲੈਂਦੇ ਹਨ। ਮਨ ਜੀਤੈ ਜਗ ਜੀਤ। ਸਾਰੀ ਦੁਨੀਆ ਨੂੰ ਫਤਿਹ ਕਰ ਲੈਂਦੇ ਹਨ। ਉਹ ਨਾਨਕ ਵਸਿਅੰ ਕਰੋਤ ਪੰਜ ਤਸਕਰ ਹੈ। ਇਹ ਜਿਹੜੇ ਪੰਜ ਸਾਰੇ ਸੰਸਾਰ ਨੂੰ ਜਿੱਤਣ ਵਾਲੇ, ਆਸੁਰੀ ਸੰਪਦਾ ਵਾਲੇ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਹਨ।
ਉਹਨਾਂ ਨੇ ਵਸ ਕਰ ਲਏ। ਇਸ ਕਰਕੇ ਕੁੱਲ ਸੰਸਾਰ ਤੇ ਉਹਨਾਂ ਨੇ ਫਤਿਹ ਪਾ ਲਈ ਹੈ। ਮਨ ਦੇ ਜਿਤਨੇ ਕਰਕੇ ਉਹ ਜਿੱਤ ਗਏ ਹਨ। ਦੇ ਅਧਿਆਸ, ਦੇ ਅਭਿਮਾਨ ਵਾ ਪੁਰਜਾ ਪੁਰਜਾ ਹੋ ਕੇ ਜੀਵਤ ਭਾਵ ਤੋਂ ਮਰਨਾ ਹੈ। ਜੈਸੇ ਕਬੀਰ ਮਰਤਾ ਮਰਤਾ ਜਗ ਮੁਆ, ਮਰ ਭੀ ਨਾ ਜਾਣਿਆ ਕੋਏ। ਐਸੇ ਮਰਨੇ ਜੋ ਮਰੈ, ਬਹੁਰ ਨਾ ਮਰਨਾ ਹੋਏ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ। ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਸਹਿਜੇ ਮਰੈ ਅਮਰ ਹੋਏ ਸੋਈ। ਸਾਖੀ ਚੇਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ। ਜੋ ਬ੍ਰਿਤੀ ਪਹਿਲਾਂ ਸੰਸਾਰਾਕਾਰ ਸੀ, ਇਹ ਬੇਦਾਵਾ ਸੀ। ਜਦੋਂ ਸੰਸਾਰ ਵੱਲੋਂ ਬਿਰਤੀ ਤੋੜੀ, ਇਹ ਬੇਦਾਵਾ ਪਾੜਿਆ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਜਦੋਂ ਬਿਰਤੀ ਬ੍ਰਹਮਾਕਾਰ ਕਰ ਲਈ, ਇਹ ਟੁੱਟੀ ਗੰਢੀ ਗਈ ਹੈ। ਟੂਟੀ ਗਾਰਡਨ ਹਾਰ ਗੋਪਾਲ, ਸਰਬ ਜੀਆ ਆਪੇ ਪ੍ਰਤਪਾਲ। ਟੂਟੀ ਤੁਮ ਹੀ ਜੋਰੀ, ਮੂਹ ਲਾਲਣ ਸਿਓ ਪ੍ਰੀਤ ਬਣੀ। ਰਹਾਓ ਤੋਰੀ ਨਾ ਟੂਟੈ, ਸ਼ੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ। ਚਾਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਊਪਰ ਕਰ ਧਾਰਿਓ। कृपा कटाख्या अवलोकन कीनो, दास का दुख विधार्यो। हर जन राखे गुर गोबिंद, कंठ लाए अवगण सब मेटे। दयाल पुरख बख्शंद। ਉਹਨਾਂ ਦੀ ਯਾਦ ਵਿੱਚ ਮੁਕਤੀ ਸਰ ਗੁਰੂ ਕੀ ਸਾਧ ਸੰਗਤ ਸਦਾ ਲਈ ਪ੍ਰਗਟ ਕਰ ਦਿੱਤੀ। ਜੋ ਸ਼ਰਵਣ ਮੰਨਣ ਨਿਧਿਆਸਣ ਰੂਪ ਇਸ਼ਨਾਨ ਕਰਨ, ਉਹ ਵੀ ਮੁਕਤ ਹੋ ਜਾਂਦੇ ਹਨ। ਅਗਲਾ ਅਲੰਕਾਰ ਹੈ ਰਾਜੇ ਦਾ ਪ੍ਰਜਾ ਨੂੰ ਬਾਗ ਦੇਣ ਦਾ ਅਲੰਕਾਰ। ਇੱਕ ਰਾਜੇ ਨੇ ਆਪਣੇ ਸ਼ਹਿਰ ਵਿੱਚ ਪ੍ਰਜਾ ਦੇ ਸੁੱਖ ਵਾਸਤੇ ਬਹੁਤ ਚੰਗੇ ਨਿਯਮ ਬਣਾਏ, ਪਰੰਤੂ ਉਸ ਦੇ ਭਰਾ, ਭਾਈਆਂ, ਸੰਬੰਧੀਆਂ ਤੇ ਨਿਕਟਵਰਤੀਆਂ ਨੇ ਨਾ ਮੰਨੇ। ਪਹਿਲੋਂ ਤਾਂ ਸਭ ਨੂੰ ਦੇਸ਼ ਨਿਕਾਲਾ ਦਿੱਤਾ, ਪਰ ਫਿਰ ਮਿਹਰ ਕੀਤੀ ਤੇ ਵੱਡਾ ਸਾਰਾ ਬਾਗ ਉਹਨਾਂ ਦੇ ਰਹਿਣ ਵਾਸਤੇ ਦੇ ਦਿੱਤਾ ਕਿ ਉੱਥੇ ਰਹਿ ਕੇ ਗੁਜ਼ਾਰਾ ਕਰਿਆ ਕਰਨ। ਕਈਆਂ ਨੇ ਤਾਂ ਹੱਥ ਪੈਰ ਹੀ ਨਾ ਹਿਲਾਏ ਤੇ ਭੁੱਖੇ ਮਰਦੇ ਪ੍ਰਾਣ ਤਿਆਗ ਗਏ। ਬਹੁਤ ਸਾਰੇ ਲੋਕ ਲੱਕੜੀਆਂ ਕੱਟ ਕੇ ਵੇਚ ਕੇ ਗੁਜ਼ਾਰਾ ਕਰਦੇ ਰਹੇ। ਕਈਆਂ ਨੇ ਉਸੇ ਬਾਗ ਵਿੱਚੋਂ ਚੰਦਨ ਦੇ ਬੂਟੇ ਲੱਭ ਲਏ ਤੇ ਸ਼ਾਹੂਕਾਰ ਬਣ ਗਏ। ਇੱਕ ਨੂੰ ਉਥੋਂ ਮਿੱਟੀ ਪੁੱਟਦੇ ਨੂੰ ਪਾਰਸ ਲੱਭ ਪਿਆ, ਜੋ 8 ਧਾਤਾਂ ਨੂੰ ਸੁਹਾ ਕੇ ਸੋਨਾ ਬਣਾਉਣ ਲੱਗ ਪਿਆ। ਇੱਕ ਹੋਰ ਨੂੰ ਉਥੋਂ ਪੁੱਟਦਿਆਂ ਚਿੰਤਾਮਣੀ ਲੱਭੀ, ਜਿਸ ਤੋਂ ਜੋ ਮੁਰਾਦ ਮੰਗੇ ਉਹ ਪੂਰੀ ਹੋ ਜਾਵੇ। ਰਾਜੇ ਨੇ ਸਭ ਨੂੰ ਬੁਲਾਇਆ। ਚਿੰਤਾਮਣੀ ਵਾਲੇ ਨੂੰ ਰਾਜਾ, ਪਾਰਸ ਵਾਲੇ ਨੂੰ ਵਜ਼ੀਰ ਤੇ ਚੰਦਨ ਦੇ ਬੂਟੇ ਵਾਲਿਆਂ ਨੂੰ ਅਹਿਲਕਾਰ ਬਣਾ ਕੇ ਸਭ ਨੂੰ ਆਪਣਾ ਆਪਣਾ ਹੱਕ ਦੇ ਦਿੱਤਾ। ਇਸੇ ਤਰ੍ਹਾਂ ਅਕਾਲ ਪੁਰਖ ਹੈ ਰਾਜਾ, ਸਾਰਿਆਂ ਵਿੱਚ ਚੇਤਨ ਦੇ ਅੰਸ਼ ਹੋਣ ਕਰਕੇ ਸਾਰੇ ਜੀਵ ਉਸ ਦੇ ਭਰਾ, ਭਾਈ, ਸੰਬੰਧੀ ਹਨ। ਰੱਬੀ ਹੁਕਮ ਕਾਨੂੰਨ ਹਨ। ਜਿਨ੍ਹਾਂ ਨੇ ਨਾ ਮੰਨੇ ਉਹਨਾਂ ਨੂੰ 84 ਲੱਖ ਜੂਨਾਂ ਰੂਪੀ ਉਜਾੜ ਵਿੱਚ ਛੱਡ ਦਿੱਤਾ। ਫਿਰ ਮਿਹਰ ਕਰਕੇ ਜੀਵਾਂ ਨੂੰ ਮਨੁੱਖਾ ਜਨਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਗ ਬਖਸ਼ਿਆ। ਅੱਖਰ ਬਿਰਖ ਬਾਗ ਭੋਏ ਚੋਖੀ,
ਸਿੰਚਤ ਭਾਉ ਕਰੇਹੀ, ਸਭਨਾ ਫਲ ਲਾਗੇ ਨਾਮ ਏਕੋ, ਬਿਨ ਕਰਮਾ ਕੈਸੇ ਲੇਹੀ। ਜਿਨ੍ਹਾਂ ਨੇ ਗੁਰਬਾਣੀ ਨਾ ਪੜ੍ਹੀ ਉਹ ਭੁੱਖੇ ਹੀ ਮਰ ਗਏ। ਯਥਾ ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ RAM ਰਾਜੇ। ਇਹੋ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਹੁਣ ਵਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਮਨ ਮੁਖਾਂ ਨੋ ਫਿਰ ਜਨਮ ਹੈ, ਨਾਨਕ ਹਰ ਭਾਏ। ਤਥਾ ਚੁਗਲ ਨਿੰਦਕ ਭੁੱਖੇ ਰੁਲ ਮੁਏ, ਇਹਨਾਂ ਹੱਥ ਨਾ ਕਿਥਾਊ ਪਾਏ। ਜੋ ਪਾਠ ਕਰਕੇ ਕੇਵਲ ਗੁਜ਼ਾਰਾ ਕਰਨ ਲੱਗੇ ਉਹ ਲੱਕੜਾਂ ਵੇਚਣ ਵਾਲਿਆਂ ਦੀ ਨਿਆਈ ਹਨ। ਜੋ ਗੁਰਬਾਣੀ ਪੜ੍ਹ ਕੇ ਵੈਰਾਗ ਵਿੱਚ ਆਏ ਉਹ ਚੰਦਨ ਨਾਲ ਸ਼ਾਹੂਕਾਰ ਬਣ ਗਏ। ਜੋ ਗੁਰਬਾਣੀ ਨੂੰ ਗਹੋ ਨਾਲ ਪੜ੍ਹ ਕੇ ਵਿਚਾਰਨ ਲੱਗੇ ਉਹਨਾਂ ਨੂੰ ਪਾਰਸ ਦੀ ਵੱਟੀ ਭਗਤੀ ਮਿਲੀ, ਜਿਸ ਕਰਕੇ ਬ੍ਰਹਮ ਗਿਆਨੀ ਰੂਪ ਵਜ਼ੀਰ ਬਣੇ। ਜੈਸੇ ਤਉ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰ ਜੀਵਾ ਨਿਹਚੈ ਪ੍ਰਸਾਦ ਪਾਵਈ। ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ, ਖਨਵਾਰਾ ਖਨ ਜਗ ਵਿਖੈ ਪ੍ਰਗਟਾਵਈ। ਜੈਸੇ ਬਣ ਵਿਖੈ ਮਲਿਆਗਰ ਸੌਦਾ ਕਪੂਰ, ਸੋਧ ਕੈ ਸੁਬਾਸੀ ਸੁਬਾਸ ਬਹਿਸਾਵਈ। ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਈ। ਜਿਸ ਤਰ੍ਹਾਂ ਕੇ ਸਮੁੰਦਰ ਵਿੱਚ ਸਾਰੀਆਂ ਨਿਧਾਂ ਪੂਰਨ ਹਨ, ਪਰ ਹੰਸ ਤੇ ਮਰ ਜੀਵੜਾ ਜ਼ਰੂਰ ਹੀ ਸਮੁੰਦਰ ਪਾਸੋਂ ਉਹਨਾਂ ਨੂੰ ਪ੍ਰਸ਼ਾਦ ਲੈਣ ਵਾਂਗੂ ਪਾ ਲੈਂਦਾ ਹੈ। ਜਿਸ ਤਰ੍ਹਾਂ ਪਹਾੜ ਵਿੱਚ ਹੀਰਾ ਮਾਨਕ ਤੇ ਪਾਰਸ ਆਦਿਕ ਸਿੱਧ ਵਸਤਾਂ ਹਨ, ਜਿਨ੍ਹਾਂ ਨੂੰ ਖਾਣ ਪੁੱਟਣ ਵਾਲਾ ਪਹਾੜ ਨੂੰ ਖੋਦ ਖੋਦ ਕੇ ਜਗਤ ਵਿੱਚ ਪ੍ਰਗਟ ਕਰਦਾ ਹੈ। ਜਿਸ ਤਰ੍ਹਾਂ ਬਨ ਵਿੱਚ ਮਲਿਆਗਰ ਭਾਵ ਚੰਦਨ ਤੇ ਸੌਦਾ ਕਪੂਰ, ਰਗੀਆ ਕਪੂਰ ਆਦਿਕ ਸੁਗੰਧਤ ਵਸਤਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਸੁਬਾਸੀ ਵਾਸ਼ਨਾ ਸੁੰਘ ਕੇ ਵਸਤਾਂ ਲੱਭਣ ਵਾਲਾ ਸੋਂਗਾ ਸੋਧ ਕੇ ਖੋਜ ਕਰਕੇ ਲੱਭ ਲੈਂਦਾ ਹੈ ਅਤੇ ਉਹਨਾਂ ਦੀ ਸ਼ੁਭ ਵਾਸ਼ਨਾ ਨਾਲ ਜਗਤ ਨੂੰ ਬਹਿਸਾਵਈ ਸੁਗੰਧਤ ਕਰਦਾ ਹੈ। ਉਸੇ ਤਰ੍ਹਾਂ ਗੁਰਬਾਣੀ ਵਿੱਚ ਸਾਰੇ ਹੀ ਪਦਾਰਥ ਹਨ। ਜਿਹੜਾ ਖੋਜੇਗਾ ਉਹੀ ਪਦਾਰਥਾਂ ਨੂੰ ਗੁਰਬਾਣੀ ਵਿੱਚੋਂ ਪੈਦਾ ਕਰ ਲਵੇਗਾ। ਚਿੰਤਾਮਣੀ ਬ੍ਰਹਮ ਵਿਦਿਆ ਹੈ, ਜਿਸ ਨਾਲ ਨਿਜ ਸਰੂਪ ਦੀ ਪ੍ਰਾਪਤੀ ਰੂਪੀ ਪਾਤਸ਼ਾਹੀ ਪਾ ਲਈ। ਸੋ ਸਾਧ ਸੰਗਤ ਜੀ, ਇਹ ਪ੍ਰਸੰਗ ਇੱਥੇ ਹੀ ਖਤਮ। ਕੱਲ ਪ੍ਰਸੰਗ ਆਵੇਗਾ ਸਿਆਣੇ ਬ੍ਰਾਹਮਣ ਦਾ ਅਲੰਕਾਰ ਅਤੇ ਆਬੇ ਹਯਾਤ ਭਾਵ ਅੰਮ੍ਰਿਤ ਦਾ ਅਲੰਕਾਰ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਬਿਨ ਸੁਰਤ ਨਾ